ਹੈਲੋ ਫਰੈਂड्स, ਤੁਹਾਡੇ ਆਪਣੇ YouTube ਚੈਨਲ ਲੈਟਸ ਡੂ ਇਟ ਤੇ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਚੰਦਰਪਾਨ। ਅੱਜ ਦਾ ਜਿਹੜਾ ਵੀਡੀਓ ਹੈ ਉਹ ਪੰਜਾਬ ਪੁਲਿਸ ਦੇ ਵਿੱਚ ਰਿਕਰੂਟਮੈਂਟ ਫॉर द ਪੋਸਟ ਆਫ ਪੁਲਿਸ ਕਾਂਸਟੇਬਲ ਦੇ ਰਿਗਾਰਡਿੰਗ ਹੈਗਾ ਜੀ। ਇਸ ਦੇ ਵਿੱਚ ਜਿਹੜੀ ਪਹਿਲਾ ਪਬਲਿਕ ਨੋਟਿਸ ਆਇਆ ਸੀ ਜਿਸ ਦੇ ਵਿੱਚ ਸਿਲੇਬਸ, ਏਜ ਤੇ ਫਿਜ਼ੀਕਲ ਮੇਜ਼ਰਮੈਂਟ ਦੇ ਬਾਰੇ ਦੱਸਿਆ ਗਿਆ ਸੀ। ਹੁਣ ਇਹ ਫੁੱਲ ਐਡਵਰਟਾਈਜ਼ਮੈਂਟ ਹੈ ਜੀ, ਕਿੰਨੀ ਪੋਸਟਾਂ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਹੈ ਕਿ ਤੁਸੀਂ ਪੋਸਟਾਂ ਨੂੰ ਫਿਲ ਕਿਵੇਂ ਕਰਨਾ ਹੈ ਤੇ ਸਿਲੇਬਸ ਕਿਸ ਤਰੀਕੇ ਦੇ ਨਾਲ ਰਹੇਗਾ। ਠੀਕ ਹੈ ਜੀ। ਦੋ ਕੈਡਰ ਦੇ ਵਿੱਚ ਇਹ ਪੋਸਟਾਂ ਫਿਲ ਕੀਤੀਆਂ ਜਾ ਰਹੀਆਂ ਜੀ। ਇੱਕ ਹੈ ਡਿਸਟ੍ਰਿਕਟ ਪੁਲਿਸ ਕੈਡਰ ਐਂਡ ਇੱਕ ਹੈ ਜੀ ਆਰਮਡ ਪੁਲਿਸ ਕੈਡਰ। ਡਿਸਟ੍ਰਿਕਟ ਪੁਲਿਸ ਕੈਡਰ ਸਭ ਨੂੰ ਪਤਾ ਹੈ ਜੀ, ਸਾਰੇ ਸਭ ਤੋਂ ਪਹਿਲਾਂ ਡਿਸਟ੍ਰਿਕਟ ਕੈਡਰ ਹੀ ਚੂਜ਼ ਕਰਨਗੇ ਕਿਉਂਕਿ ਡਿਸਟ੍ਰਿਕਟ ਕੈਡਰ ਦੇ ਵਿੱਚ ਜੋ ਤੁਹਾਨੂੰ ਹੋਮ ਡਿਸਟ੍ਰਿਕਟ ਹੈ ਉਸ ਦੇ ਮਿਲਣ ਦੇ ਪੂਰੇ ਚਾਂਸ ਹੈ ਜੀ, ਜੇਕਰ ਤੁਸੀਂ ਹਾਇਰ ਮੈਰਿਟ ਦੇ ਵਿੱਚ ਆਉਂਦੇ ਹੋ, ਕਿਉਂਕਿ ਮੈਰਿਟ ਦੇ ਹਿਸਾਬ ਨਾਲ ਹੀ ਤੁਹਾਡੀ ਜਿਹੜੀ ਪੋਸਟਿੰਗ ਹੈ ਉਹ ਡਿਸਟ੍ਰਿਕਟ ਕੈਡਰ ਦੇ ਵਿੱਚ ਹੋਣੀ ਹੈ। ਇਹ ਅੱਗੇ ਮੈਂਸ਼ਨ ਉਹਨਾਂ ਨੇ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਆਰਮਡ ਦੇ ਵਿੱਚ ਹੈ ਜਿਹੜਾ ਉਹ ਤੁਹਾਡੀ ਪੋਸਟਿੰਗ ਹੈ ਜਿਹੜੀ ਉਹ ਆਰਮਡ ਦੇ ਵਿੱਚ ਹੁੰਦੀ ਹੈ ਜੀ, ਜਿਵੇਂ ਬਲੈਕ ਕਮਾਂਡੋ ਵਗੈਰਾ ਜਾਂ ਉਸ ਤਰੀਕੇ ਦੀ ਜਿਹੜੀ ਪੋਸਟ ਹੈ ਜੀ ਉਹ ਤੁਹਾਡੀ ਰਹਿੰਦੀ ਹੈ। ਠੀਕ ਹੈ। ਜੇਕਰ ਤੁਸੀਂ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ, ਜੋ ਵੀ ਇੰਪੋਰਟੈਂਟ ਨੋਟੀਫਿਕੇਸ਼ਨ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏਗੀ। ਜਿਹੜੀ ਐਡਵਰਟਾਈਜ਼ਮੈਂਟ ਹੈ ਜੀ ਉਹ ਰਾਤੀ ਹੀ ਆਈ ਹੈ 16 ਜੁਲਾਈ 2021 ਨੂੰ ਤੇ ਡਿਸਟ੍ਰਿਕਟ ਕੈਡਰ ਦੇ ਵਿੱਚ 2015 ਪੋਸਟਾਂ ਨੇ ਤੇ ਆਰਮਡ ਦੇ ਵਿੱਚ 2343। ਠੀਕ ਹੈ ਜੀ। ਟੋਟਲ ਕੁੱਲ ਮਿਲਾ ਕੇ ਜਿਹੜੀ ਪੋਸਟਾਂ ਨੇ ਉਹ 4358 ਜਿਹੜੀ ਪਹਿਲਾਂ ਆਈ ਸੀ ਉਹ ਹੀ ਜਿਹੜੀ 4358 ਪੋਸਟਾਂ ਨੇ। ਠੀਕ ਹੈ ਜੀ। ਲਿੰਕ ਹੈ ਜਿਹੜਾ ਉਹ ਰਾਤ ਤੋਂ ਹੀ ਸਟਾਰਟ ਹੋ ਗਿਆ ਸੀ। ਤੁਸੀਂ ਫਾਰਮ ਫਿਲ ਕਰਨਾ ਆਪਣੇ ਸਟਾਰਟ ਕਰ ਸਕਦੇ ਹੋ। ਪਹਿਲਾਂ ਫਾਰਮ ਫਿਲ ਕਰਨ ਤੋਂ ਪਹਿਲਾਂ ਇੱਕ ਵਾਰ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਵਾਚ ਆਊਟ ਕਰ ਲੈਣਾ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ। ਠੀਕ ਹੈ। ਇਸ ਦੇ ਵਿੱਚ ਕੀ ਰਹੇਗਾ ਜੀ, ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਇੱਕ ਕਾਮਨ ਜਿਹੜਾ ਫਾਰਮ ਤੁਸੀਂ ਫਿਲ ਕਰਨਾ ਹੈ। ਇੱਕ ਇਸ ਦੋਨਾਂ ਪੋਸਟਾਂ ਦੇ ਲਈ ਜਿਹੜੀ ਡਿਸਟ੍ਰਿਕਟ ਕੈਡਰ ਅਤੇ ਆਰਮਡ ਕੈਡਰ ਦੇ ਲਈ ਇੱਕੋ ਇੱਕ ਫਾਰਮ ਫਿਲ ਹੋਏਗਾ। ਇਸ ਤੋਂ ਇਲਾਵਾ ਜਿਹੜਾ ਪੇਪਰ ਹੈ ਉਹ ਤੁਹਾਡਾ ਆਫਲਾਈਨ ਹੋਏਗਾ। ਠੀਕ ਹੈ ਜੀ। ਇਹ ਇੱਕ ਚੰਗੀ ਗੱਲ ਹੈ ਕਿ ਜਿਹੜੇ ਬੱਚੇ ਨਵੇਂ ਨੇ ਉਹਨਾਂ ਨੂੰ ਇਹ ਡਰ ਸੀ ਕਿ ਜਿਹੜਾ ਪੇਪਰ ਹੋ ਰਿਹਾ ਉਹ ਸ਼ਾਇਦ ਆਨਲਾਈਨ ਨਾ ਹੋਵੇ, ਕਿਉਂਕਿ ਆਨਲਾਈਨ ਦਾ ਥੋੜ੍ਹੀ ਜੀ ਉਹਨਾਂ ਨੂੰ ਡਰ ਸੀਗਾ। ਤਾਂ ਇੱਕ ਕਾਮਨ ਫਾਰਮ ਫਿਲ ਹੋਏਗਾ, OMR ਬੇਸਡ ਆਫਲਾਈਨ ਰਿਟਨ ਟੈਸਟ ਹੋਣਾ ਹੈ ਜੀ, ਅਤੇ ਫਿਰ ਉਸ ਤੋਂ ਬਾਅਦ ਫਿਰ PMT ਹੋਏਗਾ ਤੁਹਾਡਾ ਅਤੇ ਫਿਰ ਉਸ ਤੋਂ ਬਾਅਦ PST ਹੋਏਗਾ। ਠੀਕ ਹੈ। ਡਾਕੂਮੈਂਟ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤੁਹਾਡੇ ਆਲ ਪੈਰਾਮੀਟਰ ਜੇਕਰ ਤੁਸੀਂ ਫੁੱਲਫਿਲ ਕਰਦੇ ਹੋ ਤਾਂ ਤੁਹਾਡੀ ਜਿਹੜੀ ਪੋਸਟ ਹੈ ਉਹ ਜਿਹੜੇ ਕੈਡਰ ਦੇ ਵਿੱਚ ਤੁਸੀਂ ਅਪਲਾਈ ਕਰਦੇ ਹੋ ਤੁਹਾਨੂੰ ਦੇ ਦਿੱਤੀ ਜਾਏਗੀ। ਠੀਕ ਹੈ। ਇਨ ਆਰਡਰ ਆਫ ਪ੍ਰੈਫਰੈਂਸ ਇਨ ਦਾ ਐਲੀਜੀਬਲ ਫਾਰਮ ਪ੍ਰੋਵਾਈਡ ਦੇ ਮੀਟ ਦਾ ਐਲੀਜੀਬਿਲਿਟੀ। ਤੁਸੀਂ ਆਪਣੀ ਜਿਹੜੀ ਐਲੀਜੀਬਿਲਿਟੀ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਣਾ। ਐਲੀਜੀਬਿਲਿਟੀ ਦਾ ਮਤਲਬ ਇਹ ਹੈ ਜੀ ਕਿ ਤੁਹਾਡੇ ਕੋਲ ਜਿਹੜੀ ਕੁਆਲੀਫਿਕੇਸ਼ਨ ਹੈ, ਬੇਸਿਕ ਕੁਆਲੀਫਿਕੇਸ਼ਨ ਹੈ ਉਹ ਪੂਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇੱਕ ਗੱਲ ਹੋਰ ਹੈ ਜੀ, ਪੋਸਟਿੰਗ ਤੁਹਾਡੀ ਜਿਵੇਂ SI ਦੇ ਵਿੱਚ ਮੈਂ ਪਹਿਲਾਂ ਦੱਸਿਆ ਸੀ, ਪੋਸਟਿੰਗ ਤੁਹਾਡੀ ਕਿਤੇ ਵੀ ਹੋ ਸਕਦੀ ਹੈ। ਇੰਡੀਆ ਦੇ ਵਿੱਚ ਵੀ ਕਿਤੇ ਹੋ ਸਕਦੀ ਹੈ ਜਾਂ ਪੰਜਾਬ ਦੇ ਕਿਸੇ ਕੋਈ ਇਲਾਕੇ ਦੇ ਵਿੱਚ ਕੀਤੀ ਜਾ ਸਕਦੀ ਹੈ। ਇਹ ਜਿਹੜਾ ਇਹਨਾਂ ਨੇ ਪੰਜਾਬ ਪੁਲਿਸ ਐਕਟ 2007 ਹੈ ਉਸ ਦੇ ਅਕੋਰਡਿੰਗ ਇਹ ਪੋਸਟਾਂ ਹੈ ਜੀ। ਟੋਟਲ ਵੈਕੈਂਸੀ ਆਫ ਕਾਂਸਟੇਬਲ 2015 ਐਕਸਕਲੂਡਿੰਗ ਸਪੋਰਟਸਮੈਨ ਹੈ ਜੀ। ਅਤੇ ਇਸੇ ਤਰੀਕੇ ਦੇ ਨਾਲ 2343 ਪੋਸਟਾਂ ਇਹਦੇ ਵਿੱਚ ਵੀ ਸਪੋਰਟਸ ਦੀ ਨਹੀਂ ਹੈ। ਇਹ ਵੱਖ-ਵੱਖ ਵੈਕੈਂਸੀਆਂ ਦਿੱਤੀਆਂ ਹੋਈਆਂ ਨੇ। ਵੂਮੈਨ ਦੀ ਅਲੱਗ ਤੋਂ ਦਿੱਤੀ ਹੋਈ ਹੈ, ਜਿਹੜਾ ਕੋਟਾ ਬੰਦਾ ਹੈ ਜੀ। ਜਨਰਲ ਦੀ ਜਿਹੜੀ ਅਨਰਿਜ਼ਰਵ ਕੈਟਾਗਰੀ ਦੀ ਪੋਸਟ ਹੈ ਜੀ ਉਹ 610, ਜਿਸ ਦੇ ਵਿੱਚੋਂ 242 ਵੂਮੈਨ ਦੀ ਹੈ। ਇੱਧਰ ਜਿਹੜੀ ਹੈ 708 ਤੇ 283। ਬੈਕਵਰਡ ਕਲਾਸਿਸ ਦੀ ਹੈ ਜਿਹੜੀ 124 ਤੇ 83 ਪੋਸਟਾਂ ਨੇ ਅਤੇ ਇੱਧਰ 145 96 ਪੋਸਟਾਂ ਨੇ। ਠੀਕ ਹੈ ਜੀ। ਇਹ ਸਾਰੀ ਤੁਸੀਂ ਪੋਸਟਾਂ ਵੇਖ ਸਕਦੇ ਹੋ। ਟੋਟਲ ਪੋਸਟਾਂ ਇਹਨਾਂ ਨੇ ਦਿੱਤੀ ਹੋਈ ਹੈ। ਦ ਪੋਸਟ ਆਫ ਮੇ ਬੀ ਇਨਕਰੀਜ਼ ਡਿਕਰੀਜ਼ ਇਹ ਡਿਪਾਰਟਮੈਂਟ ਦੇ ਉੱਤੇ ਜੀ, ਕਮ ਘੱਟ ਜ਼ਿਆਦਾ ਇਹ ਸਭ ਕੁਝ ਡਿਪਾਰਟਮੈਂਟ ਕਰ ਸਕਦਾ ਹੈ। ਇਹ ਪਾਵਰ ਰੱਖਦਾ ਹੈ ਜੀ। ਸ਼ਡਿਊਲ ਕਾਸਟ ਬੈਕਵਰਡ ਕਲਾਸਿਸ ਨੂੰ ਜੋ ਵੀ ਜਿਹੜੇ ਆਪਣਾ ਰਿਜ਼ਰਵੇਸ਼ਨ ਹੈ ਅਕੋਰਡਿੰਗ ਟੂ ਜਿਹੜਾ ਰੂਲਸ ਹੈ ਜੀ ਉਹ ਦਿੱਤਾ ਜਾਏਗਾ ਪੰਜਾਬ ਸ਼ਡਿਊਲ ਐਂਡ ਬੈਕਵਰਡ ਕਲਾਸ ਰਿਜ਼ਰਵੇਸ਼ਨ ਐਕਟ 2006 ਦੇ। ਇਸ ਤੋਂ ਇਲਾਵਾ ਐਕਸ ਸਰਵਿਸਮੈਨ ਹੈ ਜੀ, ਉਹਨਾਂ ਨੂੰ ਜਿਸ ਨੂੰ ਅਵਾਰਡ ਮਿਲਿਆ ਹੈ ਦ ਰਿਜ਼ਰਵੇਸ਼ਨ ਆਫ ਐਕਸ ਸਰਵਿਸਮੈਨ ਵਾਈਫ ਔਰ ਡਿਪੈਂਡੈਂਟ ਚਾਈਲਡ ਆਫ ਐਨ ਐਕਸ ਸਰਵਿਸਮੈਨ ਗ੍ਰੈਂਡ ਚਾਈਲਡ ਆਫ ਗਲੈਨੇਟਰੀ ਅਵਾਰਡ winners shall be implemented in accordance with the Punjab Recruitment of Ex-Servicemen Rule 1982 as amendment from time to time। ਇਹ ਤੁਸੀਂ ਜ਼ਰੂਰ ਧਿਆਨ ਰੱਖ ਲੈਣਾ ਜੀ। ਇਸ ਤੋਂ ਇਲਾਵਾ ਜਿਹੜੇ ਅਰਧ ਸੈਨਿਕ ਬਲ ਹੁੰਦੇ ਆ ਜੀ, BSF, CRPF, ITBP, CIS, SSB, ਇਹਨਾਂ ਨੂੰ ਜਿਹੜੀ ਹੈ ਉਹ ਐਕਸ ਸਰਵਿਸਮੈਨ ਕੈਟਾਗਰੀ ਦੇ ਵਿੱਚ ਨਹੀਂ ਰੱਖਿਆ ਜਾਏਗਾ। ਨੋਰਮਲ ਜਿਹੜੇ ਕੈਂਡੀਡੇਟ ਹੋਣਗੇ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਐਗਜ਼ਾਮ ਦੇਣਾ ਹੋਏਗਾ, ਉਹ ਹੀ ਇਹਨਾਂ ਦੀ ਕੁਆਲੀਫਿਕੇਸ਼ਨ ਹੋਏਗੀ। ਅਤੇ ਜਿਹੜਾ EWS ਦਾ ਕੋਟਾ ਹੈ ਜੀ ਉਹ ਅਕੋਰਡਿੰਗ ਟੂ ਜਿਹੜਾ ਰੂਲਸ ਹੈ ਉਸ ਦੇ ਅਕੋਰਡਿੰਗ ਰਹੇਗਾ। ਠੀਕ ਹੈ। ਵੂਮੈਨ ਨੂੰ ਹੈ ਜੀ ਜਿਹੜਾ ਦੀ ਰਿਜ਼ਰਵੇਸ਼ਨ ਆਫ 2% ਪੋਸਟ ਇਨ ਦਾ ਡਾਇਰੈਕਟ ਰਿਕਰੂਟਮੈਂਟ ਫॉर ਦ ਵਾਰਡਰ ਆਫ ਦ ਡਿਜ਼ਾਇਰਿੰਗ ਪੁਲਿਸਮੈਨ ਸ਼ੈਲ ਬੀ ਇੰਪਲੀਮੈਂਟ ਇਨ ਦ ਅਕੋਰਡੈਂਸ ਵਿਦ ਦ ਇੰਸਟਰਕਸ਼ਨ। ਇਹ ਜਿਹੜੀ 2% ਪੋਸਟ ਹੈ ਜੀ ਇਹ ਜਿਹੜਾ ਇਹਨਾਂ ਨੇ ਵਕਤ ਤੋਂ ਇੱਕ ਕੋਟਾ ਬਣਾਇਆ ਉਸ ਦੇ ਲਈ ਹੋਏਗਾ। ਪੇ ਸਕੇਲ ਕਿੰਨਾ ਰਹੇਗਾ ਜੀ। ਠੀਕ ਹੈ। ਥੋੜ੍ਹਾ ਜਿਹਾ ਰਿਜ਼ਰਵੇਸ਼ਨ ਦੇ ਬਾਰੇ ਗੱਲ ਹੋ ਗਈ।
ਉਸ ਤੋਂ ਬਾਅਦ ਇੰਪੋਰਟੈਂਟ ਗੱਲ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਔਨ ਦੀ ਪੇ ਸਕੇਲ ਆਪਾਂ ਨੂੰ ਪਤਾ ਹੈ ਜੀ ਜਿਹੜੀ ਪੋਸਟ ਹੈ ਜੀ ਉਸ ਦੇ ਲਈ ਰਹੇਗਾ 19,900। ਇਹ ਤੁਹਾਨੂੰ ਜਿਹੜੀ ਹੈ ਮਿਨੀਮਮ ਜਿਹੜੀ ਪੇ ਹੈ ਇਹ ਤੁਹਾਡੇ ਪਰਖ ਕਾਲ ਦੇ ਵਿੱਚ ਤੁਹਾਨੂੰ ਦਿੱਤੀ ਜਾਏਗੀ। ਪਰਖ ਕਾਲ ਤੁਹਾਡਾ 3 ਸਾਲ ਦਾ ਜਿਹੜਾ ਪਰਖ ਕਾਲ ਹੋਏਗਾ ਜੀ, ਠੀਕ ਹੈ। 3 ਸਾਲ ਦੇ ਲਈ ਤੁਹਾਨੂੰ ਸਿਰਫ ਅਤੇ ਸਿਰਫ 19,900 ਦਿੱਤਾ ਜਾਏਗਾ। ਬਾਕੀ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਭੱਤਾ ਕਿਰਾਇਆ ਵਗੈਰਾ ਜੋ ਵੀ ਤੁਹਾਨੂੰ ਮਿਲਦਾ ਹੈ ਜੀ ਉਹ ਕੁਝ ਵੀ ਨਹੀਂ ਦਿੱਤਾ ਜਾਏਗਾ, ਠੀਕ ਹੈ। ਇਨੀਸ਼ੀਅਲ ਐਲੀਜੀਬਿਲਟੀ ਕੀ ਹੈ ਜੀ, ਇਹ ਅੱਗੇ ਇੰਪੋਰਟੈਂਟ ਗੱਲ ਹੈ। ਇਨੀਸ਼ੀਅਲ ਜਿਹੜਾ ਹੈ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈ ਤੁਸੀਂ ਇੰਡੀਅਨ ਸਿਟੀਜ਼ਨ ਹੋਣੇ ਚਾਹੀਦੇ ਹੋ। ਇਸ ਤੋਂ ਇਲਾਵਾ ਤੁਹਾਡੇ ਕੋਲ ਜਿਹੜੀ ਹੈ ਐਲੀਜੀਬਿਲਟੀ ਹੈ ਉਹ ਜਿਹੜੀ ਮਿਨੀਮਮ ਏਜ ਹੈ ਇਸ ਦੇ ਵਿੱਚ ਮਿਨੀਮਮ ਏਜ ਤੁਹਾਡੇ ਕੋਲ ਮਿਨੀਮਮ ਏਜ ਹੋਣੀ ਚਾਹੀਦੀ ਹੈ 18 ਸਾਲ ਅਤੇ ਮੈਕਸੀਮਮ ਜਿਹੜੀ ਹੈ 28 ਸਾਲ ਹੋ ਸਕਦੀ ਹੈ। ਇਹ ਇੱਕ ਜਨਰਲ ਜਿਹੜਾ ਅਪਲਾਈ ਕਰਨਾ ਚਾਹੁੰਦਾ ਜੀ ਕੈਂਡੀਡੇਟ ਉਸ ਵਾਸਤੇ ਹੈ। ਅਦਰ ਸਟੇਟ ਤੋਂ ਅਪਲਾਈ ਕਰਨਾ ਚਾਹਦਾ ਹੈ ਉਸ ਦੇ ਵਾਸਤੇ ਵੀ 18 ਤੋਂ 28 ਸਾਲ ਤੁਹਾਡੀ ਉਮਰ ਹੋਣੀ ਚਾਹੀਦੀ ਹੈ। ਜੇਕਰ ਇਸ ਤੋਂ ਜ਼ਿਆਦਾ ਤੁਹਾਡੀ ਉਮਰ ਹੈ ਤਾਂ ਤੁਸੀਂ ਪੰਜਾਬ ਦੀ ਇਹਨਾਂ ਪੋਸਟਾਂ ਦੇ ਲਈ ਬਾਹਰ ਤੋਂ ਜਿਹੜੇ ਅਦਰ ਸਟੇਟ ਤੋਂ ਉਹ ਅਪਲਾਈ ਨਹੀਂ ਕਰ ਸਕਦੇ। ਜਨਰਲ ਕੈਟਾਗਰੀ ਦੇ ਜਿਹੜੇ ਬੱਚੇ ਹੈ ਜੀ ਉਹ ਅਪਲਾਈ ਨਹੀਂ ਕਰ ਸਕਦੇ। ਬਾਕੀ ਜਿਹੜਾ ਹੈ ਜੀ ਸ਼ਡਿਊਲ ਕਾਸਟ, ST, SC, BC ਇਹਨਾਂ ਸਭ ਨੂੰ ਜਿਹੜੀ ਹੈ 5 ਸਾਲ ਦੀ ਛੂਟ ਦਿੱਤੀ ਜਾਏਗੀ। ਉਹ 33 ਸਾਲ ਦੀ ਉਮਰ ਤੱਕ ਜਿਹੜਾ 1 ਜਨਵਰੀ 2021 ਨੂੰ ਅਗਰ ਜੇਕਰ ਉਹਨਾਂ ਦੀ ਉਮਰ 33 ਸਾਲ ਬਣਦੀ ਹੈ ਤਾਂ ਉਹ 33 ਸਾਲ ਦੀ ਉਮਰ ਤੱਕ ਅਪਲਾਈ ਕਰ ਸਕਦੇ ਆ। ਐਕਸ ਸਰਵਿਸਮੈਨ ਨੂੰ ਜਿੰਨੀ ਉਹਨਾਂ ਨੇ ਸਰਵਿਸ ਦਿੱਤੀ ਹੈ ਉਹ ਉਹਨਾਂ ਦੀ ਐਕਚੁਅਲ ਏਜ ਤੋਂ ਘੱਟ ਕਰਕੇ, ਜਿਵੇਂ ਜੀ ਸਿੱਧੀ ਜੀ ਗੱਲ ਮੈਂ ਦੱਸ ਦਿੰਦਾ ਤੁਹਾਨੂੰ, ਐਕਸ ਸਰਵਿਸਮੈਨ ਦਾ ਇਹ ਸਿਸਟਮ ਰਹਿੰਦਾ ਜੇਕਰ ਕਿਸੇ ਦੀ 50 ਸਾਲ ਉਮਰ ਹੈ ਉਸਨੇ 20 ਸਾਲ ਨੌਕਰੀ ਕੀਤੀ ਹੈ ਤਾਂ ਐਕਚੁਅਲ ਏਜ ਉਸ ਦੀ 30 ਸਾਲ ਹੋਏਗੀ। ਇਸ ਤੋਂ ਇਲਾਵਾ ਉਸ ਨੂੰ 3 ਸਾਲ ਦੀ ਜਿਹੜੀ ਐਕਸਟਰਾ ਹੋਰ ਛੂਟ ਦਿੱਤੀ ਜਾਏਗੀ। ਇਹ ਬੰਦਾ ਐਲੀਜੀਬਲ ਹੈ ਜੀ, ਠੀਕ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। 3 ਸਾਲ ਇਸ ਤੋਂ ਇਲਾਵਾ 3 ਸਾਲ ਹੋਰ ਉਹਨਾਂ ਨੂੰ ਛੂਟ ਜਿਹੜੀ ਹੈ ਉਹ ਦਿੱਤੀ ਜਾਣੀ ਹੈ, ਠੀਕ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਰਿਲੈਕਸੇਸ਼ਨ ਅਪ ਟੂ 5 ਈਅਰ ਦਾ ਪ੍ਰਸਕ੍ਰਾਈਬਡ ਅਪਰ ਏਜ ਲਿਮਿਟ ਹੈਜ਼ ਬੀਨ ਗ੍ਰਾਂਟਡ ਟੂ ਦਾ ਕੈਂਡੀਡੇਟ ਹੂ ਆਰ ਸਰਵਿੰਗ ਰੈਗੂਲਰ ਇੰਪਲੋਈ ਆਫ ਦਾ ਪੰਜਾਬ ਗਵਰਨਮੈਂਟ ਆਫ ਅਦਰ, ਠੀਕ ਹੈ ਜੀ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਇੱਕ ਗੱਲ ਹੋਰ ਹੈ ਜੀ ਇਸ ਦੇ ਵਿੱਚ ਮੈਂ ਥੋੜਾ ਦੇਖ ਲੈਂਦਾ, ਰਿਲੈਕਸੇਸ਼ਨ ਅਪ ਟੂ 5 ਈਅਰ ਪਰ ਦਾ ਲਿਮਿਟ ਗ੍ਰਾਂਟਡ ਬਾਈ ਦਾ ਕੈਂਡੀਡੇਟ ਬਿਲੋਂਗ ਟੂ ਦਾ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸ ਹੂ ਆਰ। ਇਸ ਦੇ ਵਿੱਚ EWS ਜਿਹੜਾ ਕੈਟਾਗਰੀ ਹੈ ਜੀ ਉਸ ਦੇ ਰਿਗਾਰਡਿੰਗ ਇਹਨਾਂ ਨੇ ਨਹੀਂ ਦੱਸਿਆ ਹੋਇਆ। EWS ਨੂੰ ਏਜ ਦੇ ਵਿੱਚ ਇੱਥੇ ਸ਼ਾਇਦ ਛੂਟ ਨਹੀਂ ਹੈ। ਐਕਸ ਸਰਵਿਸਮੈਨ ਨੂੰ ਛੂਟ ਹੈ, ਬਾਕੀ ਸਭ ਨੂੰ ਛੂਟ ਦਿੱਤੀ ਗਈ ਹੈ। ਪਰ EWS ਨੂੰ ਮੈਂ ਫਿਰ ਦੁਬਾਰਾ ਦੱਸ ਦਿੰਦਾ ਜੀ, EWS ਨੂੰ ਇੱਥੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਛੂਟ ਨਹੀਂ ਦਿੱਤੀ ਗਈ ਹੈ। ਇਹਨੂੰ ਜਰਨਲ ਦੇ ਵਿੱਚ ਕਾਊਂਟ ਕੀਤਾ ਗਿਆ। ਮਿਨੀਮਮ ਇਸ ਦਾ ਸਿਸਟਮ ਫਿਰ 18 ਤੇ 28 ਹੀ ਰਹਿਣਾ ਹੈ, ਠੀਕ ਹੈ। ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ। ਅਤੇ ਐਜੂਕੇਸ਼ਨ ਕੁਆਲੀਫਿਕੇਸ਼ਨ ਤੁਹਾਡੀ ਜਿਹੜੀ +2 ਹੋਣੀ ਚਾਹੀਦੀ ਹੈ। +2 ਤੁਸੀਂ ਕਿਸੇ ਵੀ ਬੋਰਡ ਤੋਂ ਕੀਤੀ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਐਕਸ ਸਰਵਿਸਮੈਨ ਹੋ ਤਾਂ ਤੁਹਾਨੂੰ ਸਿਰਫ ਅਤੇ ਸਿਰਫ 10ਵੀਂ ਪਾਸ ਹੋ ਤਾਂ ਫਿਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਕੌਂਸਟੇਬਲ ਦੀ ਜਿਹੜੀ ਇਹ ਪੋਸਟਾਂ ਆਈ ਹੈ +2 ਜਿਹੜੀ ਇਨੀਸ਼ੀਅਲ ਕੁਆਲੀਫਿਕੇਸ਼ਨ ਰਹੇਗੀ। ਇਸ ਤੋਂ ਇਲਾਵਾ ਤੁਹਾਡੇ ਕੋਲ ਪੰਜਾਬੀ ਜਿਹੜੀ ਹੈ ਪਾਸ ਆਊਟ ਹੋਣੀ ਜ਼ਰੂਰੀ ਹੈ ਜੀ। ਪੰਜਾਬੀ ਜੇਕਰ ਤੁਸੀਂ ਪਾਸ ਆਊਟ ਨਹੀਂ ਕੀਤੀ ਤਾਂ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਨਹੀਂ ਕਰ ਸਕਦੇ, ਠੀਕ ਹੈ। 10ਵੀਂ ਦੇ ਵਿੱਚ ਜਾਂ ਐਡੀਸ਼ਨਲ ਸਬਜੈਕਟ ਜੋ ਵੀ ਹੈ ਜੀ ਉਸ ਦੇ ਲਈ ਤੁਹਾਡੇ ਕੋਲ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ। ਹੁਣ ਸਭ ਤੋਂ ਇੰਪੋਰਟੈਂਟ ਗੱਲ ਹੈ ਜੀ, ਇਸ ਦੀ ਬਹੁਤ ਜ਼ਿਆਦਾ ਕੁਐਰੀ ਆ ਰਹੀ ਸੀ। ਫਿਜ਼ੀਕਲ ਮੈਜ਼ਰਮੈਂਟ ਦੇ ਵਿੱਚ ਜਿਹੜੀ ਹਾਈਟ ਹੈ ਤੁਹਾਡੀ ਉਹ ਜਿਹੜਾ ਡਿਸਟ੍ਰਿਕਟ ਕੈਡਰ ਹੋਵੇ, ਆਰਮਡ ਕੈਡਰ ਹੋਵੇ, ਉਸ ਦੇ ਲਈ ਮੇਲ ਕੈਂਡੀਡੇਟ ਹੈ ਜਿਹੜਾ ਉਸ ਦੀ 5 ਫੁੱਟ 7 ਇੰਚ ਹਾਈਟ ਹੋਣੀ ਚਾਹੀਦੀ ਹੈ। 5 ਫੁੱਟ 7 ਇੰਚ ਹਾਈਟ ਹੋਣੀ ਚਾਹੀਦੀ ਹੈ। ਅਤੇ ਫੀਮੇਲ ਕੈਂਡੀਡੇਟ ਜਿਹੜਾ ਹੈ ਉਸ ਦੀ 5 ਫੁੱਟ 2 ਇੰਚ ਜਿਹੜੀ ਹੈ ਉਹ ਹਾਈਟ ਹੋਣੀ ਚਾਹੀਦੀ ਹੈ। ਇਹ ਇੰਪੋਰਟੈਂਟ ਗੱਲ ਹੈ ਜੀ। ਮੇਲ ਕੈਂਡੀਡੇਟ ਦੇ ਲਈ 5 ਫੁੱਟ 7 ਇੰਚ ਅਤੇ ਫੀਮੇਲ ਕੈਂਡੀਡੇਟ ਦੇ ਲਈ 5 ਫੁੱਟ 2 ਇੰਚ ਦੀ ਜਿਹੜੀ ਹੈ ਹਾਈਟ ਹੋਣੀ ਚਾਹੀਦੀ ਹੈ। ਸਿਲੈਕਸ਼ਨ ਪ੍ਰੋਸੈਸ 2 ਸਟੇਜ ਰਹੇਗਾ ਜੀ। ਇੱਕੋ ਇੱਕ ਪੇਪਰ ਹੋਏਗਾ 100 ਨੰਬਰ ਦਾ, 100 ਕੁਐਸਚਨ ਹੋਣਗੇ। 2 ਘੰਟਿਆਂ ਦਾ ਤੁਹਾਡਾ ਜਿਹੜਾ ਪੇਪਰ ਹੋਏਗਾ ਉਹ ਅੱਗੇ ਆਪਾਂ ਡਿਸਕਸ ਕਰਦੇ ਹਾਂ, ਠੀਕ ਹੈ। ਅਤੇ ਉਸ ਤੋਂ ਬਾਅਦ ਤੁਹਾਡਾ PMT ਹੋਏਗਾ, ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗਾ, ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ, PST ਜਿਸ ਨੂੰ ਕਹਿੰਦੇ ਆ। ਇਸ ਦੇ ਵਿੱਚ ਜਿਹੜਾ ਆਬਜੈਕਟਿਵ ਟਾਈਪ OMR ਬੇਸਡ ਆਫਲਾਈਨ ਟੈਸਟ ਹੋਏਗਾ ਉਸ ਦਾ ਕੀ ਸਿਸਟਮ ਰਹੇਗਾ ਜੀ। ਸਟੇਜ 1 ਜਿਹੜਾ ਰਿਟਨ OMR ਬੇਸਡ ਟੈਸਟ ਹੋਏਗਾ ਉਸ ਦੇ ਵਿੱਚ MCQs ਬੇਸਡ ਬਾਈਲਿੰਗੁਅਲ, ਠੀਕ ਹੈ ਜੀ। ਇੰਪੋਰਟੈਂਟ ਗੱਲ ਹੈ, ਪੰਜਾਬੀ ਅਤੇ ਤੁਹਾਡਾ ਇੰਗਲਿਸ਼ ਦੋਨਾਂ ਦੇ ਵਿੱਚ ਬਾਈਲਿੰਗੁਅਲ ਪੇਪਰ ਆਏਗਾ। 100 ਕੁਐਸਚਨ ਹੋਣਗੇ, ਹਰ ਇੱਕ ਕੁਐਸਚਨ 1 ਨੰਬਰ ਦਾ ਹੋਏਗਾ। 100 ਨੰਬਰ ਆਫ ਕੁਐਸਚਨ 100 × 100 ਜਿਹੜੇ ਨੰਬਰ ਹੋਣਗੇ, ਠੀਕ ਹੈ। ਯਾਨੀ ਇੱਕ ਜਿਹੜਾ ਨੰਬਰ ਦਾ ਇੱਕ ਕੁਐਸਚਨ ਹੋਏਗਾ 100 ਨੰਬਰ ਦੇ ਜਿਹੜੇ ਸਾਰਾ ਪੇਪਰ ਤੁਹਾਡਾ ਹੋਏਗਾ। ਜਿਸ ਦੇ ਵਿੱਚ ਇੰਪੋਰਟੈਂਟ ਪਾਰਟ ਹੈ ਜੀ ਜਨਰਲ ਅਵੇਅਰਨੈਸ 35 ਨੰਬਰ ਦੀ ਤੁਹਾਡੀ ਆਏਗੀ ਜੀ। ਇਸ ਦੇ ਵਿੱਚ ਕੌਨਸਟੀਟਿਊਸ਼ਨ ਐਂਡ ਫੀਚਰਸ, ਸੈਂਟਰਲ ਐਂਡ ਸਟੇਟ, ਤੁਹਾਡਾ ਜਿਹੜਾ ਸੰਵਿਧਾਨ ਹੈ ਉਹ ਮੋਸਟ ਇੰਪੋਰਟੈਂਟ ਰੋਲ ਅਦਾ ਕਰੇਗਾ ਜੀ, ਠੀਕ ਹੈ। ਇਸ ਤੋਂ ਇਲਾਵਾ ਜਿਹੜੀ ਹਿਸਟਰੀ, ਜੀਓਗ੍ਰਾਫੀ, ਕਲਚਰ, ਇਕਨੋਮੀ, ਪੰਜਾਬੀ ਇਹ ਤੁਹਾਡੇ ਲਈ ਇੰਪੋਰਟੈਂਟ ਹੋਏਗੀ। ਅਤੇ ਕਰੰਟ ਅਫੇਅਰ 35 ਨੰਬਰ ਦਾ ਜਿਹੜਾ ਤੁਹਾਡਾ GK ਦਾ ਪੋਰਸ਼ਨ ਰਹੇਗਾ ਪੂਰਾ। ਫਿਰ ਉਸ ਤੋਂ ਬਾਅਦ ਹੈ ਕੁਆਂਟੀਟੇਟ ਐਪਟੀਟਿਊਡ ਜਿਹੜਾ ਆਪਣਾ ਮੈਥਮੈਟਿਕਸ ਜਿਸ ਨੂੰ ਕਹਿ ਦਿੰਦੇ ਹਾਂ। ਇਸ ਦੇ ਵਿੱਚ ਹੈ ਜੀ ਆਪਣੇ ਟੌਪਿਕ ਹੈ ਉਹ ਤੁਸੀਂ ਵੇਖ ਸਕਦੇ ਹੋ। ਐਵਰੇਜ ਹੈ,
डेसीमल है, फ्रैक्शन, रेशियो, परसेंटेज, प्रॉफिट एंड लॉस, सिंपल इंटरेस्ट, टाइम एंड वर्क, बार ग्राफ, ठीक है, तो सिंपलीफिकेशन 20 नंबर का ए होएगा जी। उस तो बाद मैंटल एबिलिटी, नंबर, लेटर सीरीज, सीक्वेंस, स्टेटमेंट एंड कंक्लूजन, पैटर्न कंप्लीट करना होएगा जी, ऑर्डर एंड रैंकिंग होएगा, डायरेक्शन एंड डिस्टेंस होएगा, रिलेशनशिप प्रॉब्लम होएगा, तो ये सारी चीज़ां होएगी। उस तो इलावा जी लैंगुएज है जी 10-10 नंबर की होएगी, 10 नंबर की इंग्लिश की, तो 10 नंबर ही तुहाडे पंजाबी दे होणगे। शुद्ध समानार्थक, विरोधी, पंजाबी, अखाण, मुहावरे, अंग्रेजी तो पंजाबी अनुवाद, बहुते शब्दों की थां एक शब्द ते अनठिठा पेरा, ये तुहाडा जिहड़ा रहेगा। इस तो इलावा 5 नंबर का जिहड़ा इन्होंने कहा जी तुहाडा कंप्यूटर आएगा, डिजिटल लिटरेसी एंड अवेयरनेस, फंडामेंटल कंप्यूटर जिहड़ा नॉर्मल जिहड़ा आएगा जी। उस तो इलावा MS ऑफिस का जिहड़ा MS वर्ड है, MS स्प्रैडशीट है जी, MS पावर पॉइंट है, इस दे विचों एक क्वेश्चन आएगा। इंटरनेट जिहड़ा है जी उस दे विचों एक क्वेश्चन, एक क्वेश्चन आने की पूरी उम्मीद है जी, ठीक है। टोटल टाइम कितना रहेगा जी, टोटल ड्यूरेशन ऑफ रिटन टाइम रहेगा तुहाडा 2 आवर, तो 100 नंबरों के जिहड़े 100 क्वेश्चन होणगे, 100 नंबर का तुहाडा पेपर होएगा, ठीक है। OMR बेस्ड होएगा। इस कैंडिडेट शैल इशूड एन एडमिट कार्ड इंक्लूडिंग द स्पेसिफिक डेट, टाइम, वेन्यू फॉर द कैंडिडेट फॉर OMR बेस्ड टेस्ट, द कैंडिडेट इज़ रिक्वायर्ड टू डाउनलोड द एडमिट कार्ड। इन्होंने कहा जी हार्ड कॉपी तुसी सेम अलॉन्ग विद एनी प्रस्क्राइब्ड वोट ID कार्ड जो भी तुहाडे कोल है, ये तुसी जिस दिन तुहाडा पेपर होएगा ये तुसी एक ID लेके अपना हार्ड कॉपी जिहड़ा एडमिट कार्ड लेके जाना होएगा। सब तो इंपॉर्टेंट गल इस वीडियो दी अज दी ते तुहाडे लई कि इस पेपर दे विच किसी भी प्रकार की कोई नैगेटिव मार्किंग नहीं है। तुसी पूरे दे पूरे सारे क्वेश्चन अटैम्प्ट करके आने हैं जी। सब तो पहला वो क्वेश्चन अटैम्प्ट करने हैं जिहड़े तुसी आराम नाल कर सकते हो, ठीक है। नाल दी नाल तुसी उन्हां क्वेश्चनों नूं गोल कर लेना है जी, ठीक है। जिहड़े डाउट दे विच हुण लास्ट दे विच तुसी सारे क्वेश्चन अटैम्प्ट कर देने हैं, क्योंकि इस दे विच नैगेटिव मार्किंग नहीं है। जेकर तुसी 10 क्वेश्चन ही सीधे अटैम्प्ट करते हो, उस दे विचों जे 5 क्वेश्चन सही होंदे हैं, तो ये तुहाडा एक चंगा पॉइंट होएगा। ये एक चंगी गल है कि इहदे विच नैगेटिव मार्किंग नहीं है। कंपीटीशन फिर हार्ड हो जाता है जी, क्योंकि किस्मत इत्थे कम कर जानी है। नॉर्मलाइजेशन का यह फार्मूला है जी, अगे तुहानूं कदे किसी दिन कम देगा। मिनिमम मार्क्स है जी इंपॉर्टेंट, फिर तो एक चंगी इस दे विच है जी जिहड़ा रिजर्व कैटागरी है जी, जिहड़ा OBC ST जो भी है इकोनॉमिक वीकर सैशन, उन्होंने लिए 25% मार्क्स लेने जरूरी है जी। 25 नंबर पेपर दे विच आने जरूरी है। जेकर 25 नंबर ही नहीं आते तो उन्होंने अगे कंसीडर नहीं किया जाएगा फिजिकल टैसट के लिए, उन्होंने अगे जो प्रोसैस है उस नहीं रखा रहेगा। 30% है जोड़ा वो जनरल कैटागरी के वास्ते होएगा, ठीक है। उन्होंने 30 नंबर लेके आने जरूरी है। आंसर की आएगी जी, ये सारा कुछ उन्होंने पहला ही दसे हुए। 48 घंटे बाद आंसर की आएगी। तुसी जेकर ऑब्जेक्शन होंदा है तो तुसी 50 रुपये फीस दे के अपना जोड़ा है ऑब्जेक्शन ला सकते हो। जेकर तुहाडा क्वेश्चन सही होंदा है तो तुहाडे 50 रुपये वापस कर दिए जाएंगे। अल्टर तुहानूं SMS दे राही किया जाएगा, तो तुसी अपना नंबर ते ईमेल ID बिल्कुल सही फिल करना है जी, क्योंकि तुहानूं जिहड़ी भी कम्युनिकेशन पंजाब गवर्नमेंट दे पंजाब पुलिस के द्वारा किया जाएगा वो तुहाडे मोबाइल नंबर अते ईमेल ID द्वारा किया जाएगा। ये फिजिकल दे विच उन्होंने दस्सिया है जी। शेड्यूल जिहड़ा सैकेंड है डॉक्यूमेंट होएगा चैक होणगे, उस दे विच तुहाडा 10वीं का जिहड़ा प्रूफ है एज का होना चाहिए, +2 का होना चाहिए जी। एजुकेशन क्वालिफिकेशन का प्रूफ हैविंग पास पंजाबी 10वीं का होना चाहिए। सर्टिफिकेट ऑफ कंपीटेटिव अथॉरिटीज़ जिहड़ा क्लेम का सर्टिफिकेट है जी वो होना चाहिए। नो ऑब्जेक्शन सर्टिफिकेट जेकर तुसी डिपार्टमेंट दे विच किसी डिपार्टमेंट दे विच जॉब करन तो बाद पंजाब पुलिस दे विच आ रहे हो। फिजिकल मेजरमेंट का हो गया जी, ठीक है। फिजिकल स्क्रीनिंग टैसट है जी, उस दे विच पहला मैं डिस्कस कर चुकिया, बाकी होर दस दिंदा जी। 1600 मीटर की तुहाडी रेस रहेगी तो फीमेल दे रही 1400 मीटर की रहेगी। तो इस तो इलावा जिहड़ा एक सर्विस ने मेन लिए अलग दिता होया जी, ठीक है। ये तुसी एक बार जरूर थोड़ा जिहा देख लेना, क्योंकि इस दे रिगार्डिंग पूरा मैं भी पहला ही वीडियो बना चुकिया, ठीक है। मेरिट लिस्ट किस तरीके के नाल रहेगी। इस तो इलावा इन्होंने इस दे विच दस्सिया है कि इन केस ऑफ स्कोरिंग द सेम मार्क्स इन OMR बेस्ड रिटन टेस्ट द रिक्रूटमेंट बोर्ड शैल बी अडॉप्ट द फॉलोइंग क्राइटेरिया इन इंटर से मेरिट। इस दे विच किस तरीके दे नाल रहिंदा है जिसकी एज किसी बच्चे दे सेम मार्क्स आ जाते हैं जी, तो इस तरीके दे नाल रहेगा। सब तो पहला उसकी जिहड़ी एज है उसनूं जिहड़ा दिता जाएगा। फिर उस तो बाद है जिहड़ा in the event of candidate scoring equal mark in the written test and having same date of birth, their relevant merit shall be determined on the basis of percentage of marks scored in +2 ਦੇ ਵਿੱਚ ਜਿਹੜੇ ਮਾਰਕਸ ਆਏ ਉਸ ਦੇ ਆਧਾਰ ਤੇ। ਫਿਰ ਵੀ ਜੇਕਰ ਸੇਮ ਬਰਥ ਤੇ +2 ਦਾ ਰਹਿ ਜਾਂਦਾ ਹੈ ਤਾਂ ਸ਼ੈਲ ਬੀ ਪਲੇਸਡ ਇਨ ਦਾ ਮੈਰਿਟ ਲਿਸਟ ਇਨ ਦਾ ਅਲਫਾਬੈਟਿਕ ਆਰਡਰ ਫਸਟ ਨੇਮ, ਠੀਕ ਹੈ ਜੀ। ਇਹ ਵੀ ਇੱਥੇ ਕਿਸਮਤ ਦਾ ਹੀ ਇੱਕ ਰੋਲ ਹੋਏਗਾ ਜੀ, ਠੀਕ ਹੈ। ਇਸ ਦੇ ਵਿੱਚ ਜੇਕਰ ਤੁਹਾਡੇ ਡੇਟ ਆਫ ਬਰਥ ਤੋਂ ਵੀ ਨਹੀਂ ਹੁੰਦਾ ਜੀ ਸੇਮ ਹੋ ਜਾਂਦੀ ਹੈ, +2 ਦੇ ਵਿੱਚ ਵੀ ਮਾਰਕਸ ਤੁਹਾਡੇ ਸੇਮ ਹੋ ਜਾਂਦੇ ਹੈ, ਤਾਂ ਤੁਹਾਡਾ ਜੋ ਅਲਫਾਬੇਟ ਦਾ ਨਾਂ ਪਹਿਲਾਂ ਆਏਗਾ, ਜਿਸ ਤਰੀਕੇ ਦੇ ਨਾਲ ਕਿਸੇ ਦਾ ਨਾਂ ਹੋ ਸਕਦਾ ਹੈ ਜੀ ਸੁਰਿੰਦਰ ਹੋਵੇ ਤਾਂ ਉਸ ਤੋਂ ਪਹਿਲਾਂ ਜੇਕਰ ਉਸ ਤੋਂ ਪਹਿਲਾਂ ਕਿਸੇ ਬੱਚੇ ਦਾ ਨਾਂ ਅਨਿਲ ਹੈ ਤਾਂ ਉਸ ਨੂੰ ਮੈਰਿਟ ਦੇ ਵਿੱਚ ਰੱਖ ਲਿਆ ਜਾਏਗਾ। ਇਹ ਵੀ ਇੱਕ
ਲੌਜੀਕਲ ਬੇਸਡ ਕੋਈ ਥਿਊਰੀ ਨਹੀਂ ਹੈ ਜੀ। ਇਸ ਤੋਂ ਇਲਾਵਾ ਤੁਸੀਂ ਆਪਣੇ ਹਾਇਰ ਕੁਆਲੀਫਿਕੇਸ਼ਨ ਜੇ ਜਾਂ ਕਿਸੇ ਹੋਰ ਚੀਜ਼ ਦੇ ਇੱਥੇ ਰੱਖ ਸਕਦੇ ਜੀ। ਨੇਮ ਦਾ ਕੀ ਮਤਲਬ ਹੋਇਆ, ਪਰ ਚਲੋ ਜੀ ਗਵਰਨਮੈਂਟ ਨੇ ਇੱਕ ਰੂਲ ਬਣਾਇਆ ਤਾਂ ਫੋਲੋ ਤਾਂ ਕਰਨਾ ਹੀ ਪੈਣਾ। ਦੇਅਰ ਸ਼ੈਲ ਬੀ ਨੋ ਵੈਟਿੰਗ ਲਿਸਟ, ਕਿਸੇ ਵੀ ਪ੍ਰਕਾਰ ਦੀ ਵੈਟਿੰਗ ਲਿਸਟ ਨਹੀਂ ਹੋਏਗੀ। ਰਿਜ਼ਲਟ ਤੁਹਾਨੂੰ www.punjabpolice.gov.in ਤੇ ਮਿਲ ਜਾਏਗਾ। ਮੈਡੀਕਲ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਰਹੇਗਾ, ਬਿਫੋਰ ਇਹਨਾਂ ਨੇ ਸਾਰਾ ਕੁਝ ਦੱਸਿਆ ਹੋਇਆ ਜੀ, ਠੀਕ ਹੈ। ਕਰੈਕਟਰ ਤੇ ਐਂਡ ਡੇਟ ਵੈਰੀਫਿਕੇਸ਼ਨ ਆਫ ਸਰਟੀਫਿਕੇਟ, ਇਹ ਅੱਗੇ ਦੀ ਗੱਲ ਹੈ ਜੀ ਜਿਹੜੀ ਜੁਆਇਨਿੰਗ ਹੋਏਗੀ। ਹਾਂ ਇਹ ਪਤਾ ਕਰ ਲੈਂਦੇ ਹਾਂ ਆਪਾਂ। ਤੁਹਾਡੀ ਜਿਹੜੀ ਫੀਸ ਹੈ ਜੀ ਕਿਸ ਤਰੀਕੇ ਦੇ ਨਾਲ ਰਹੇਗੀ। ਜੇਕਰ ਤੁਸੀਂ ਜਨਰਲ ਕੈਟਾਗਰੀ ਦੇ ਹੋ ਤਾਂ 1000 ਰੁਪਏ ਤੁਹਾਡੀ ਫੀਸ ਰਹੇਗੀ। ਅਕਸਰ ਐਕਸ ਸਰਵਿਸਮੈਨ ਪੰਜਾਬ ਤੇ ਹੋ ਤਾਂ ਤੁਹਾਡੀ 400 ਰੁਪਏ। SC ST ਰਿਜ਼ਰਵ ਕੈਟਾਗਰੀ ਦੇ ਲਈ 550 ਰੁਪਏ ਤੇ ਇਕਨੋਮਿਕ ਵੀਕਰ ਸੈਸ਼ਨ ਦੇ ਲਈ ਵੀ ਤੁਹਾਡੀ 550 ਰੁਪਏ ਫੀਸ ਰਹੇਗੀ। ਇਹ ਫੀਸ ਦਾ ਸਿਸਟਮ ਰਹੇਗਾ ਜੀ। ਫੀਸ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਹੋਏਗਾ, ਰਜਿਸਟ੍ਰੇਸ਼ਨ ਤੋਂ ਬਾਅਦ ਤੁਸੀਂ ਸਾਰਾ ਫਾਰਮ ਫਿਲ ਕਰਨ ਤੋਂ ਬਾਅਦ ਆਪਣੀ ਫੀ ਪੇਮੈਂਟ ਕਰਨੀ ਹੋਏਗੀ। ਇਸ ਦੇ ਲਈ ਬਿਲਕੁਲ ਫਾਰਮ ਧਿਆਨ ਨਾਲ ਭਰਨਾ ਹੈ ਜੀ। ਥੋੜ੍ਹਾ ਮੈਂ ਇਸ ਤੋਂ ਅੱਗੇ ਇੱਕ ਵੀਡੀਓ ਹੋਰ ਬਣਾ ਦਿਆਂਗੀ, ਤੁਸੀਂ ਆਪਣਾ ਫਾਰਮ ਕਿਸ ਤਰੀਕੇ ਨਾਲ ਫਿਲ ਕਰਨਾ, ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ। ਔਨਲਾਈਨ ਤੁਸੀਂ ਆਪਣੀ ਫੀਸ ਪੇਮੈਂਟ ਕਰ ਸਕਦੇ ਹੋ। ਵਨ ਟਾਈਮ ਤੁਸੀਂ ਜਿਹੜਾ ਹੈ ਆਪਣਾ ਨੰਬਰ ਯੂਜ਼ ਕਰਕੇ ਆਪਣਾ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਹੋ, ਠੀਕ ਹੈ। ਇੱਕ ਛੋਟੀ ਜਿਹੀ ਗੱਲ ਇੱਥੇ ਹੋਰ ਦੱਸ ਦਿੰਦਾ ਜੀ ਮੈਂ। ਦ ਕੈਂਡੀਡੇਟ ਅਪਲਾਈਂਗ ਫॉर ਦ ਡਿਸਟ੍ਰਿਕਟ ਪੁਲਿਸ ਕੈਡਰ ਸ਼ੈਲ ਇਨ ਦ, ਇੱਥੇ ਦੱਸਿਆ ਹੋਇਆ ਜੇਕਰ ਤੁਸੀਂ ਡਿਸਟ੍ਰਿਕਟ ਪੁਲਿਸ ਕੈਡਰ ਦੇ ਵਿੱਚ ਕਰਦੇ ਹੋ, ਬੀ ਰਿਕੁਆਇਰਡ ਟੂ ਫਿਲ 15 ਡਿਸਟ੍ਰਿਕਟ ਪ੍ਰੈਫਰੈਂਸ ਟੂ ਵਿਚ ਦ ਕੈਂਡੀਡੇਟ ਵੁੱਡ ਵਾਂਟ ਟੂ ਅਲੋਟ ਇਨ ਕੇਸ ਫਾਈਨਲ ਸਿਲੈਕਸ਼ਨ ਡਿਸਟ੍ਰਿਕਟ ਅਲੋਸ਼ਨ ਵੁੱਡ ਬੀ ਮੇਡ ਔਨ ਦ ਬੇਸਿਸ ਆਫ ਮੈਰਿਟ ਲਿਸਟ ਵੀ ਅਬਿਲਿਟੀ ਔਨ ਦ ਵੈਕੈਂਸੀ ਆਫ ਪ੍ਰਸਕ੍ਰਾਈਬਡ ਪ੍ਰੈਫਰਡ ਡਿਸਟ੍ਰਿਕਟ, ਠੀਕ ਹੈ ਜੀ। 15 ਡਿਸਟ੍ਰਿਕਟ ਦੀ ਤੁਸੀਂ ਪ੍ਰੈਫਰੈਂਸ ਦੇਣੀ ਹੋਏਗੀ। ਜਿਵੇਂ ਤੁਸੀਂ ਹੋਮ ਡਿਸਟ੍ਰਿਕਟ ਨੂੰ ਉਸ ਤੋਂ ਬਾਅਦ ਨੇੜੇ ਫਿਰ ਇਸ ਤਰੀਕੇ ਦੇ ਨਾਲ ਦਿਓਗੇ। ਜੋ ਵੀ ਮੈਰਿਟ ਤੁਹਾਡੀ ਹਾਇਰ ਮੈਰਿਟ ਦੇ ਹੋਏਗੀ ਤੇ ਉਸ ਹਿਸਾਬ ਨਾਲ ਜਿਹੜੀ ਸੀਟ ਬਚੀ ਹੋਏਗੀ ਉੱਥੇ ਹੀ ਤੁਹਾਡੀ ਜਿਹੜੀ ਹੈ ਉਹ ਪੋਸਟਿੰਗ ਕਰਾ ਦਿੱਤੀ ਜਾਏਗੀ। ਐਪਲੀਕੇਸ਼ਨ ਆਰ ਐਡਵਾਈਜ਼ ਟੂ ਬੀ ਰੀਡ, ਇਹ ਤੁਸੀਂ ਪੂਰਾ ਫਿਲ ਕਰ ਲੈਣਾ। ਤੁਸੀਂ ਦੋਨੋਂ ਪੋਸਟਾਂ ਨੂੰ ਜ਼ਰੂਰ ਪ੍ਰੈਫਰੈਂਸ ਦੇਣੀ ਹੈ ਜੀ। ਜੇਕਰ ਤੁਸੀਂ ਇੱਕੋ ਇੱਕ ਪੋਸਟ, ਇੱਥੇ ਇਹ ਗੱਲ ਧਿਆਨ ਰੱਖਣ ਵਾਲੀ ਹੈ, ਜੇਕਰ ਕੋਈ ਬੱਚਾ ਡਿਸਟ੍ਰਿਕਟ ਪੁਲਿਸ ਨੂੰ ਦਿੰਦਾ ਹੈ ਤੇ ਆਰਮਡ ਨੂੰ ਨਹੀਂ ਦਿੰਦਾ, ਉਸ ਦੀ ਮੈਰਿਟ ਦੇ ਵਿੱਚ ਆਰਮਡ ਦੀ ਮੈਰਿਟ ਜਿੰਨੇ ਨੰਬਰ ਆ ਜਾਂਦੇ ਪਰ ਉਸਨੇ ਪ੍ਰੈਫਰੈਂਸ ਨਹੀਂ ਦਿੱਤੀ ਹੋਈ, ਉਸਨੇ ਉੱਥੇ ਚੂਜ਼ ਨਹੀਂ ਕੀਤਾ ਹੋਇਆ, ਤਾਂ ਉਸ ਨੂੰ ਆਰਮਡ ਦੇ ਵਿੱਚ ਨਹੀਂ ਵਿਚਾਰਿਆ ਜਾਏਗਾ। ਇਹ ਵੀ ਗੱਲ ਉਹਨਾਂ ਨੇ ਕਹੀ। ਇਸ ਲਈ ਤੁਸੀਂ ਫਸਟ ਨੰਬਰ ਤੇ ਜੇਕਰ ਡਿਸਟ੍ਰਿਕਟ ਦਿੰਦੀ ਹੋ ਤਾਂ ਦੂਜੇ ਨੰਬਰ ਤੇ ਆਰਮਡ ਜ਼ਰੂਰ ਫਿਲ ਕਰੋ ਜੀ, ਖਾਲੀ ਇਸ ਨੂੰ ਨਾ ਛੱਡਣਾ, ਠੀਕ ਹੈ। ਇਹ ਗੱਲ ਇੱਕ ਹੋਰ ਹੈ ਜੀ, ਠੀਕ ਹੈ। ਪਰਸਨਲ ਦੇ ਵਿੱਚ ਤੁਹਾਡੇ ਕੋਲ ਇੱਕ ਈਮੇਲ ID ਐਕਟਿਵ ਹੋਣੀ ਚਾਹੀਦੀ ਹੈ, ਇੱਕ ID ਪ੍ਰੂਫ ਹੋਣਾ ਚਾਹੀਦਾ ਹੈ ਜੀ, 10ਵੀਂ ਦਾ ਪ੍ਰੂਫ ਹੋਣਾ ਚਾਹੀਦਾ। ਇਹ ਸਾਰੀ ਚੀਜ਼ਾਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਇਹ ਅਪਲੋਡ ਵੀ ਕਰਨੀਆਂ ਪੈਣਗੀਆਂ ਤੇ ਤੁਹਾਨੂੰ ਸਿਸਟਮ ਜਿਹੜਾ ਹੈ ਉਹ ਸਾਰਾ ਪਤਾ ਆਨਲਾਈਨ ਲੱਗ ਜਾਏਗਾ, ਠੀਕ ਹੈ। 3 ਮਹੀਨਿਆਂ ਤੋਂ ਪੁਰਾਣੀ ਤੁਹਾਡੀ ਫੋਟੋ ਨਹੀਂ ਹੋਣੀ ਚਾਹੀਦੀ। 50 ਤੋਂ 200 KB ਦਾ ਜਿਹੜਾ ਹੈ ਵਾਈਟ ਬੈਕਗਰਾਊਂਡ ਵਾਲਾ ਜਿਹੜਾ ਹੈ ਫੋਟੋ ਹੋਣਾ ਚਾਹੀਦਾ ਹੈ ਤੇ ਸਾਈਨ ਤੁਸੀਂ ਕਰ ਰਹੇ ਹੈ ਉਹ ਵੀ 50 ਤੋਂ 200 KB ਵਾਲੇ ਹੋਣੇ ਚਾਹੀਦੇ। ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ। ਜੇਕਰ ਤੁਸੀਂ ਕਿਸੇ ਡਿਪਾਰਟਮੈਂਟ ਦੇ ਵਿੱਚ ਹੋ ਤਾਂ NOC ਲੈਣੀ ਪਏਗੀ ਜੀ, ਇਹ ਅਲੱਗ ਗੱਲ ਹੈ ਜੀ। ਕੈਂਡੀਡੇਟ ਐਡਵਾਈਜ਼ ਇਨ ਦੇਅਰ ਓਨ ਇੰਟਰਸਟ ਟੂ ਸਬਮਿਟ ਆਨਲਾਈਨ ਐਪਲੀਕੇਸ਼ਨ ਬਿਫੋਰ ਦ ਕਲੋਜ਼ਿੰਗ ਡੇਟ, ਇਹ ਤੁਸੀਂ ਕਰ ਦੇਣਾ ਜੀ। ਲਾਸਟ ਡੇਟ ਜਿਹੜੀ ਹੈ ਉਹ ਤੁਹਾਡੀ 15 ਅਗਸਤ ਰਹੇਗੀ। ਜੇਕਰ ਫਿਰ ਵੀ ਤੁਹਾਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਡਾਊਟ ਰਹਿੰਦਾ ਕਮੈਂਟ ਕਰ ਦੇਣਾ ਜੀ। ਇਸ ਤੋਂ ਇਲਾਵਾ ਇਹਨਾਂ ਨੇ ਆਪਣਾ ਇੱਕ ਟੋਲ ਫਰੀ ਨੰਬਰ ਦਿੱਤਾ ਹੋਇਆ, ਇਸ ਦੇ ਉੱਤੇ ਵੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਹੈਲਪ ਕੈਂਡੀਡੇਟ ਅਪਲਾਈ ਫॉर ਦ ਰਿਕਰੂਟਮੈਂਟ ਫਰੋਮ 9 AM ਔਨ 17 ਜੁਲਾਈ, ਅੱਜ ਤੋਂ ਤੁਸੀਂ ਅਪਲਾਈ ਆਪਣਾ ਫਾਰਮ ਕਰ ਸਕਦੇ ਹੋ, ਠੀਕ ਹੈ। ਬੈਸਟ ਆਫ ਲੱਕ। ਤੁਸੀਂ ਆਪਣਾ ਫਾਰਮ ਜਿਹੜਾ ਹੈ ਧਿਆਨ ਨਾਲ ਫਿਲ ਕਰਨਾ ਹੈ। ਤਿਆਰੀ ਹੋਣੇ ਤੋਂ ਸਟਾਰਟ ਕਰ ਦਿਓ ਜੀ। ਸਤੰਬਰ ਦੇ ਲਾਸਟ ਤੱਕ ਪੇਪਰ ਹੋਣ ਦੀ ਪੂਰੀ ਉਮੀਦ ਹੈ ਜੀ। ਸਤੰਬਰ ਅਕਤੂਬਰ ਦੇ ਵਿੱਚ ਤੁਹਾਡਾ ਪੇਪਰ ਹੋ ਜਾਏਗਾ। ਇਸ ਦੇ ਲਈ ਤਿਆਰੀ ਫੁੱਲ ਸਟਾਰਟ ਕਰ ਦਿਓ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮੋਸਟ ਇੰਪੋਰਟੈਂਟ ਜੋ ਵੀ ਵੀਡੀਓਜ਼ ਹੋਣਗੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਣਗੀਆਂ ਤੇ ਪੰਜਾਬ ਪੁਲਿਸ ਦੀ ਕਨਸਟੀਟਿਊਸ਼ਨ ਦੀ ਜਿਹੜੀ ਹੈ ਤਿਆਰੀ ਉਹ ਆਪਾਂ ਬਹੁਤ ਜਲਦ ਸਟਾਰਟ ਕਰਾਂਗੇ। ਥੈਂਕ ਯੂ ਵੈਰੀ ਮੱਚ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ।